ਉੱਥੇ ਬਹਿ ਕੇ ਏਸੀ ਵਾਲੇ ਦਫ਼ਤਰਾਂ ਦੇ ਵਿੱਚ ਸੇਠਾਂ ਕੋਲ ਪੈਸੇ ਲੈ ਕੇ ਤੇ ਇਹ ਇਸ ਤਰ੍ਹਾਂ ਦੀ ਬਕਵਾਸਿਆਤ ਸ਼ੁਰੂ ਕਰ ਦਿੰਦੇ ਨੇ। ਹੁਣ ਤੁਸੀਂ ਵੇਖੋ ਨਾ, ਜਿਵੇਂ ਉਹ ਹਾरून ਰਸ਼ੀਦ ਹੈ ਬੁੱਢੜ, ਉਹ ਹਰ ਰੋਜ਼ ਕਹਿੰਦਾ ਸ਼ਾਮ ਨੂੰ ਕਿ ਕੱਲ ਸੁਬह इमरान खान ने वजीर आजम बन जाना, सऊदी अरब का जहाज आ गया, डील हो गई है, बस ए निकलिया तो ऐलान हो जाना वजारत उज़मा का। ये हुण जिहदी तुसीं गल पै करदे हो, चंगा भला ये बड़ा अच्छा आदमी है, जमहूरी आदमी है, असीं बड़ी कदर कीती है हमेशा, लेकिन ये भी कि शर्म नहीं आती। ਅਸੀਂ ਇਹਨਾਂ ਕੋਲੋਂ ਬੜਾ ਸਿੱਖਿਆ, ਇਹਨਾਂ ਕੋਲ ਬੜਾ ਸਿੱਖਿਆ ਜੀ। जी जी बिल्कुल, मैं वही गल कर रहा, गवाल मंडी तो नहीं जितना बई। मियाँ आएगा, अगों आके कंपेन करेगा, अपना मंशूर देगा, लोकां च जाएगा, इलैक्शन होणगे, पता लग जाएगा। मतलब 6 महीने पहले ही तू कह रहे हैं कि मियाँ ने गवाल मंडी तो भी हार जाना। कि तू काकी व्याही है मियाँ ने गवाल मंडी तो हार जाना बुढ़िया? मतलब अजीबो गरीब मंतक है। वो हुण काश नवासी जिहड़ा ना कुछ कहो, ਉਹਨੂੰ ਗੁੱਸਾ ਕਰਕੇ ਸਾਡੇ ਤੇ ਉਲਟਾ ਸ਼ੁਰੂ ਹੋ ਜਾਂਦਾ। ਮੇਰੇ ਤੇ ਤੂੰ ਪੂਰਾ ਕਾਲਮ ਵੇਖ ਦਿੱਤਾ ਉਹਨੇ। देखो गल ये कि 80 साल ਉਹਦੀ ਉਮਰ है, ठीक है, और अपने आप ਨੂੰ ਹਜੇ ਵੀ ਉਹ 45 ਦਾ ਲੱਗਣ ਦੀ ਕੋਸ਼ਿਸ਼ ਕਰਦਾ। ਅਸੀਂ ਬੜਾ ਉਹਨੂੰ ਸੁਣਦੇ ਰਹੇ ਹਾਂ, ਬੜਾ ਫਾਲੋ ਵੀ ਕਰਦੇ ਰਹੇ ਹਾਂ, ਬੜਾ ਕੁਝ ਸਿੱਖੀਦਾ ਸੀ ਅੱਜ ਤੋਂ 4-5 ਸਾਲ ਪਹਿਲੇ, ਠੀਕ ਹੋ ਗਿਆ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦਾ ਜਵਾਬ ਨਾ ਦਈਏ। ਇਹ ਬਿਲਕੁਲ ਗੱਲ ਗਲਤ ਹੈ। ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਬਿਲਾਵਲ ਸਾਹਿਬ ਜਿਹੜੇ ਨੇ ਉਹ ਲੜਕਾਣਾ ਤੋਂ ਹਾਰ ਜਾਣਗੇ, ਖਾਨ ਸਾਹਿਬ ਜਿਹੜੇ ਨੇ ਉਹ ਮੀਆਂ ਵਾਲੀ ਤੋਂ ਹਾਰ ਜਾਣਗੇ, ਨਵਾਜ਼ ਸ਼ਰੀਫ ਜਿਹੜਾ ਗਵਾਲ ਮੰਡੀ ਤੋਂ ਹਾਰ ਜਾਏਗਾ। ਉਹ ਮਾਮਾ ਤੂੰ ਕੌਣ? ਉਹ ਮੌਕਾ ਤੇ ਆਣ ਦੇ ਪਹਿਲੇ, ਹਜੇ ਤੇ ਬਗਲ ਹੀ ਨਹੀਂ ਬਚਿਆ ਇਲੈਕਸ਼ਨ ਦਾ ਤੇ ਤੈਨੂੰ ਪਹਿਲੇ ਖਾਬ ਆ ਗਈ ਕਿ ਮੀਆਂ ਨੇ ਗਵਾਲ ਮੰਡੀ ਤੋਂ ਹਾਰ ਜਾਣਾ। ਕਿਉਂ? ਮੀਆਂ ਨੇ ਕੀ ਕੀਤਾ? ਮੀਆਂ ਨੇ ਗੋਗੀਆਂ ਪੀਰਨੀਆਂ ਰੱਖੀਆਂ ਸੀ, ਮੀਆਂ ਨੇ ਉਸਮਾਨ ਬੁਜ਼ਦਾਰ ਰੱਖੇ ਸੀ, ਮੀਆਂ ਨੇ ਮੂਨਸਲਾਈ ਰੱਖੇ ਸੀ, ਮੀਆਂ ਨੇ ਸਾਰਾ ਅਨਵਰਾ ਰੱਖੀਆਂ ਸੀ, ਮੀਆਂ ਨੇ ਆਪਣਾ ਕੀ ਨਾ ਲਈਦਾ ਖਾਬਰ ਮਨੇਕੇ ਰੱਖੇ ਸੀ। ਕਿ ਮੀਆਂ ਨੇ ਕੀ ਕੀਤਾ? ਮੀਆਂ ਨੇ ਤੇ ਇਸ ਮੁਲਕ ਨੂੰ ਬਿਜਲੀ ਦਿੱਤੀ, ਲੋਡ ਸ਼ੈਡਿੰਗ ਖਤਮ ਕੀਤੀ, ਮੋਟਰਵੇ ਦਿੱਤੀ, ਸਕੂਲ ਕਾਲਜ ਦਿੱਤੇ, ਯੂਨੀਵਰਸਿਟੀਆਂ ਦਿੱਤੀਆਂ। ਇਸ ਮੁਲਕ ਦੀ ਤਰੱਕੀ ਦਾ ਉਹ ਮੈਮਾਰ ਹੈ। ਇਸ ਮੁਲਕ ਦੇ ਅਗਰ ਨਵਾਜ਼ ਸ਼ਰੀਫ ਦੇ ਮਨਸੂਬੇ ਕੱਢ ਦਿਓ ਤੇ ਖੰਡਰ ਨਜ਼ਰ ਆਏਗਾ। ਇਹ ਕੌਣ ਲੋਕ ਨੇ? ਮਤਲਬ 80-80 ਸਾਲ ਇਹਨਾਂ ਦੀ ਉਮਰ ਹੈ ਤੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ। ਇਹ ਜਦੋਂ ਮੋਟਰਵੇ ਤੇ ਸਫ਼ਰ ਕਰਦਾ ਹੋਏਗਾ ਕੀ ਕਹਿੰਦਾ ਹੋਏਗਾ ਇਹ ਬੁੱਢਾ? ਔਰ ਉਸ ਤੋਂ ਬਾਅਦ ਇਹ ਜਿੰਨਾ ਵੀ ਇਹ ਮਾਡਰਨ ਪਾਕਿਸਤਾਨ ਇਹਦੇ ਵਿੱਚ ਜਾਂਦਾ ਹੋਏਗਾ ਤੇ ਕੀ ਸੋਚਦਾ ਹੋਏਗਾ? ਕਿਆ ਇਹਨੂੰ ਯਾਦ ਨਹੀਂ ਆਏਗਾ ਕਿ ਇਹ ਕਿਸ ਬੰਦੇ ਨੇ ਕੀਤਾ ਔਰ ਥੋੜੇ ਵਕਤ ਦੇ ਵਿੱਚ ਕੀਤਾ? ਇਸਲਾਮਾਬਾਦ ਰਾਵਲਪਿੰਡੀ ਦੇ ਵਿੱਚ ਜਿਹੜੀ ਮੈਟਰੋ ਚੱਲਦੀ ਹੈ ਪਈ ਵਰਲਡ ਕਲਾਸ, ਲੱਖਾਂ ਲੋਕ ਉਹਦੇ ਤੇ ਸਫ਼ਰ ਕਰਦੇ ਨੇ। ਇਸ ਬੁੱਢੇ ਨੂੰ ਨਜ਼ਰ ਨਹੀਂ ਆਉਂਦਾ? ਇਹ ਚਵਲ ਜਿੰਨ ਜਿਹਾ ਜਿਹੜਾ ਬੁੱਢਾ ਇਹਨੂੰ ਨਜ਼ਰ ਨਹੀਂ ਆਉਂਦਾ ਕਿ ਇਹ ਕੀ ਹੈ? ਇਹ ਇਨਕਲਾਬ ਨਹੀਂ ਤੇ ਕੀ ਹੈ? ਔਰ ਅਗਰ ਨਵਾਜ਼ ਸ਼ਰੀਫ ਰਹਿ ਜਾਂਦਾ ਅਗਲੇ 5 ਸਾਲ, ਇਹ ਤੁਹਾਡੇ ਮੁਲਕ ਦੇ ਵੱਡਿਆਂ ਸ਼ਹਿਰਾਂ ਦੇ ਵਿੱਚ ਇਹ ਪਬਲਿਕ ਟਰਾਂਸਪੋਰਟ ਜਿਹੜੀ ਇਹ ਟ੍ਰੇਨਾਂ ਔਰ ਇਹ ਟਰਾਮਾਂ ਤੇ ਸਾਰਾ ਕੁਝ ਜਿਹੜਾ ਇਹ ਚੱਲ ਜਾਣਾ ਸੀ। ਇਹੀ ਤਾਂ ਵਜ੍ਹਾ ਸੀ ਕਿ ਇਹ ਸਾਰਾ ਕੁਝ ਕਰ ਜਾਂਦਾ ਤੇ ਪੂਰੀ ਆਪਣਾ ਅਗਲੇ 50 ਸਾਲਾਂ ਵਾਸਤੇ ਉਹ ਬਣਦਾ ਰਹਿੰਦਾ। ਇਹੀ ਤਾਂ ਰੌਲਾ ਸੀ। ਤਰੱਕੀ ਨਹੀਂ ਹੋਣ ਦੇਣੀ। ਇਸ ਮੁਲਕ ਦੇ ਆਵਾਮ ਨੂੰ ਸਸਤੀਆਂ ਚੀਜ਼ਾਂ ਕਿਉਂ ਦੇ ਰਿਹਾ? ਇਸ ਮੁਲਕ ਵਿੱਚ ਇਨਕਲਾਬ ਕਿਉਂ ਲੈ ਕੇ ਆ ਰਿਹਾ ਮੁਆਸ਼ੀ? ਇਸ ਮੁਲਕ ਦੀ ਤਰੱਕੀ ਦਾ ਮੈਮਾਰ ਕਿਉਂ ਹੈ? ਕਿਉਂ ਮੀਆਂ ਨਵਾਜ਼ ਸ਼ਰੀਫ ਜਦੋਂ ਆਂਦਾ ਤੇ ਮੁਲਕ ਤਰੱਕੀ ਕਰਦਾ? ਸਾਨੂੰ ਇਹਦਾ ਜਵਾਬ ਅੱਜ ਤੱਕ ਨਹੀਂ ਕਿਸੇ ਦਿੱਤਾ। ਜਦੋਂ ਵੀ ਮੀਆਂ ਨਵਾਜ਼ ਸ਼ਰੀਫ ਆਇਆ ਇਸ ਮੁਲਕ ਵਿੱਚ ਤਰੱਕੀ ਹੋਈ ਹੈ। ਜਿਹੜੀ ਚੀਜ਼ ਨੂੰ ਮੀਆਂ ਹੱਥ ਲਾਉਂਦਾ ਉਹ ਸੋਨਾ ਹੋ ਜਾਂਦੀ ਹੈ। ਔਰ ਇਹ ਦਗੜ ਜਿਹੜੇ ਨੇ 4 ਟਕੇ ਦੇ ਲੋਕ ਇਧਰੋਂ ਉਧਰੋਂ ਪੈਸੇ ਖਿੱਚ ਥਰੂ ਕਰਕੇ ਤੇ ਅੱਜ ਇਹ ਕਹਿੰਦੇ ਨੇ ਕਿ ਮੀਆਂ ਜਿਹੜਾ ਗਵਾਲ ਮੰਡੀ ਦੇ ਵਿੱਚੋਂ ਵੀ ਹਾਰ ਜਾਣਾ। ਪਰ ਗਵਾਲ ਮੰਡੀ ਦੇ ਵਿੱਚੋਂ ਹਾਰ ਜਾਣਾ ਜਦੋਂ ਆਏਗਾ ਤੇ ਪਤਾ ਲੱਗੇਗਾ ਕਿ ਮੀਆਂ ਨੇ ਕਿੱਥੋਂ ਹਾਰਨਾ ਤੇ ਕਿੱਥੋਂ ਜਿੱਤਣਾ। ਤੂੰ ਪਹਿਲੇ ਹੀ ਮਤਲਬ ਕਾਕੀਆਂ ਸਾਡੇ ਨਾਲ ਵਿਆਹੀ ਜਾਣਾ ਬੁੱਢਿਆ। ਜੀ ਸਰ, ਮੇਰਾ ਜਿਹੜਾ ਉਹਨਾਂ ਨੂੰ ਮਤਲਬ ਕਿ ਜਵਾਬ ਵੀ ਸੀ ਜਿਹੜਾ ਮੈਂ ਹੱਥ ਜੋੜ ਕੇ ਤੇ ਬੰਨ ਕੇ ਉਹਨਾਂ ਕੋਲੋਂ ਮਾਫੀ ਮੰਗ ਕੇ ਉਸ ਦਿਨ ਉਹਨਾਂ ਕੋਲੋਂ ਮਤਲਬ ਮਕਸਦ ਕਹਿਣ ਦਾ ਵੀ ਇਹ ਸੀ ਕਿ ਅਗਰ ਖੁਦਾ ਨਾ ਕਰੇ ਕਿਸੇ ਜਗ੍ਹਾ ਤੇ ਐਸੀ ਹੈ ਵੇ ਤੇ ਪੂਰਾ ਸੱਚ ਬੋਲੋ। ਤੁਸੀਂ ਜਿਸ ਵਜ੍ਹਾ ਤੋਂ ਕਹਿ ਰਹੇ ਹੋ ਨਾ, ਫਰਜ਼ ਕਰ ਲੈਂਦੇ ਆ, ਤੁਸੀਂ ਜਿਸ ਵਜ੍ਹਾ ਤੋਂ ਕਹਿ ਰਹੇ ਹੋ ਕਿ ਪਿਛਲੇ 16 ਮਹੀਨੇ ਦੀ ਕਾਰਗਰਦਗੀ ਦੀ ਪਾਰੋਂ ਹਾਰ ਜਾਏਗਾ, ਲੋਕਾਂ ਨੂੰ ਪੂਰਾ ਸੱਚ ਦੱਸੋ ਕਿ 16 ਮਹੀਨੇ ਦੀ ਹਕੀਮਤ ਕਿਉਂ ਲਈ ਸੀ। ਅਗਰ ਉਹ ਨਾ ਲੈਂਦੇ ਤੇ ਤੁਹਾਡਾ ਮੁਲਕ ਡਿਫਾਲਟ ਕਰ ਦਿੰਦਾ, ਤੁਹਾਡਾ ਮੁਲਕ ਸ੍ਰੀਲੰਕਾ ਬਣਦਾ। ਪੂਰਾ ਸੱਚ ਦੱਸੋ ਨਾ ਕਿ ਕੋਈ ਵਜ੍ਹਾ ਅਗਰ ਮਕਬੂਲੀਅਤ ਦੀ ਖੁਦਾ ਨਾ ਕਰੇ ਮੂੰਹ 'ਚ ਖਾਕ ਘੱਟ ਹੋਈ ਵੀ ਹੈ ਤੇ ਪੂਰਾ ਸੱਚ ਦੱਸੋ ਕਿ ਵਜ੍ਹਾ ਕੀ ਬਣੀ। ਕਿਆ ਮੀਆਂ ਨਵਾਜ਼ ਸ਼ਰੀਫ ਨੇ 16 ਮਹੀਨਿਆਂ 'ਚ ਕੋਈ ਐਸਾ ਭੈੜਾ ਕੰਮ ਕੀਤਾ ਜਿਹਦੀ ਪਰੋਂ ਮੁਕਬਲੀਅਤ ਘੱਟ ਗਈ ਹੈ? ਇੱਕੋ ਹੀ ਦੱਸ ਦਿਓ ਕਿ ਵਜ੍ਹਾ ਜੀ ਆਵਾਮ, ਮਹਿੰਗਾਈ, ਤੇਲ, ਬਿਜਲੀ, ਗੈਸ, ਇਹਦੇ 'ਚ ਕੋਈ ਸ਼ੱਕ ਨਹੀਂ। ਬਹੁਤ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ ਸੀ, ਨਹੀਂ ਹੋਈਆਂ, ਲੇਕਿਨ ਸੱਚ ਪੂਰਾ ਦੱਸਣਾ ਚਾਹੀਦਾ ਹੈ। ਇਹ ਸਹਾਫਤ ਦੀ ਇਮਾਨਦਾਰੀ ਹੈ। ਅੱਧੀ ਸੱਚ ਦੱਸ ਕੇ ਲੋਕਾਂ ਦੀ ਜ਼ਿਹਨ ਸਾਜ਼ੀ ਪਹਿਲੇ ਵੀ ਕੀਤੀ ਗਈ ਨਿਆਜ਼ੀ ਵਾਸਤੇ ਤੇ ਹੁਣ ਦੁਬਾਰਾ ਫਿਰ ਇਹੋ ਜਿਹੇ ਕੰਮ ਕਰਨੇ ਮੁਨਾਸਿਬ ਨਹੀਂ। ਇਹੋ ਹੀ ਹੱਥ ਜੋੜ ਕੇ ਗੁਜ਼ਾਰਿਸ਼ ਕੀਤੀ ਸੀ। ਸਰ ਹੁਣ ਇਸੇ ਨਾਲ ਰਿਲੇਟਡ ਅਗਲਾ ਸਵਾਲ ਵੀ, ਮਰੀਮ ਬੀਬੀ ਜੋ ਜਿਹੜੀ ਇਸ ਟਾਈਮ ਮਤਲਬ ਕਿ ਜਿੰਨਾ ਵੀ ਉਹਨਾਂ ਦੇ ਬਾਰੇ ਸਾਨੂੰ ਨਿਊਜ਼ ਮਿਲਦੀ ਹੈ, ਖਬਰ ਮਿਲਦੀ ਹੈ,
ਕਿ ਉਹ ਧੜਾ ਧੜ ਮਸਰੂਫ ਨੇ ਲਾਹੌਰ ਦੇ ਵਿੱਚ। ਮੈਂ ਅੱਜ ਇੱਕ ਐਮਪੀਏ ਸਾਹਿਬ ਨੂੰ ਕਾਲ ਕੀਤੀ ਕਿਸੇ ਕੰਮ ਵਾਸਤੇ, ਉਹਨੇ ਕਿਹਾ ਜੀ ਅਸੀਂ ਕੋਸ਼ਿਸ਼ ਕਰਾਂਗੇ, ਹੋ ਜਾਣਗੇ, 5 ਮਿੰਟ ਵੀ ਟਾਈਮ ਨਹੀਂ ਹੈਗਾ। ਇੰਨੀਆਂ ਕੁ ਮੀਟਿੰਗਾਂ ਚੱਲਦੀਆਂ ਪਈਆਂ ਨੇ, ਇੰਨੀਆਂ ਕੁ ਤਿਆਰੀਆਂ ਚੱਲਦੀਆਂ ਪਈਆਂ ਨੇ ਕਿ ਅਸੀਂ ਪੂਰਾ ਲਾਹੌਰ ਬਾਹਰ ਕੱਢਣਾ, ਲੱਖਾਂ ਦੀ ਤਾਦਾਦ ਵਿੱਚ ਲੋਕ ਲੈ ਕੇ ਆਣੇ ਨੇ। ਹੁਣ ਤੁਸੀਂ ਦੱਸੋ ਕਿ ਮੀਆਂ ਨਵਾਜ਼ ਦਾ ਇਸਤਕਬਾਲ ਤੁਸੀਂ ਕਿਵੇਂ ਹੁੰਦਿਆਂ ਵੇਖ ਰਹੇ ਹੋ? ਤੁਹਾਨੂੰ ਕੀ ਨਜ਼ਰ ਆ ਰਿਹਾ, ਕਿੰਨਾ ਕੁ ਬੰਦਾ ਨਿਕਲ ਆਏਗਾ? ਜੀ ਦੇਖੋ, ਮੀਆਂ ਨਵਾਜ਼ ਸ਼ਰੀਫ ਦੇ ਨਾਲ ਪਾਕਿਸਤਾਨ ਦੀ ਆਵਾਮ ਜਿਹੜੀ ਹੈ ਉਹ ਬੇਪਨਾਹ ਮੁਹੱਬਤ ਕਰਦੀ ਹੈ। ਬਿਲਕੁਲ ਠੀਕ। ਔਰ ਮੀਆਂ ਨਵਾਜ਼ ਸ਼ਰੀਫ ਸਾਹਿਬ ਉਹ ਆਦਮੀ ਨੇ, ਉਹ ਲੀਡਰ ਨੇ ਕਿ ਜਿਨ੍ਹਾਂ ਨੇ 3 ਦਫਾ ਇਹ ਉਜੜੇ ਚਮਨ ਨੂੰ ਬਹਾਰ ਦੇ ਵਿੱਚ ਤਬਦੀਲ ਕੀਤਾ। ਠੀਕ। ਔਰ ਕੋਈ ਪਾਕਿਸਤਾਨੀ ਜਿਹਦੀ ਉਮਰ 40-45 ਸਾਲ ਹੈ, 50 ਸਾਲ ਹੈ, ਉਹ ਇਸ ਗੱਲ ਤੋਂ ਇਨਕਾਰ ਹੀ ਨਹੀਂ ਕਰ ਸਕਦਾ ਕਿ ਮੀਆਂ ਨਵਾਜ਼ ਸ਼ਰੀਫ ਨੂੰ 3 ਦਫਾ ਮੁਲਕ ਉਹਦੇ ਹਵਾਲੇ ਕੀਤਾ ਗਿਆ। ਔਰ 3 ਦਫਾ ਉਜਾੜ ਕੇ ਮੁਲਕ, ਜਿਵੇਂ ਇੱਕ ਫਸਲ ਹੈ, ਉਹਨੂੰ ਉਜਾੜ ਕੇ ਤੁਸੀਂ ਕਿਸੇ ਦੇ ਹਵਾਲੇ ਕਰਦੇ ਹੋ ਤੇ ਉਹਨੂੰ ਫਿਰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਉਹ ਫਸਲ ਨੂੰ ਦੁਬਾਰਾ ਉਹਦੇ 'ਚ ਬਹਾਰ ਲਿਆਉਣ 'ਚ। ਠੀਕ ਹੋ ਗਿਆ ਨਾ, ਕਿਉਂਕਿ ਉਸ ਬੰਦੇ, ਅੱਲਾਹ ਪਾਕ ਨੇ ਕੋਈ ਖਾਸ, ਵੇਖੋ ਨਾ, ਜਦੋਂ ਵੀ ਆਇਆ ਤਰੱਕੀ ਹੋਈ, ਇਹ ਅੱਲਾਹ ਦਾ ਖਾਸ ਕਰਮ ਹੈ ਨਾ ਉਹਦੇ ਤੇ। ਮਤਲਬ ਹੈ, ਤੁਸੀਂ ਵੇਖੋ 2013 ਉਜੜਿਆ ਪੁਜੜਿਆ ਪਾਕਿਸਤਾਨ, ਮਾਰਸ਼ਲ ਦਾ ਮਤਲਬ ਕਿ ਖਪੇ ਆ, ਅੱਗੋਂ ਬਿਜਲੀ ਕੋਈ ਨਹੀਂ, ਕੋਈ ਸ਼ੈ ਨਹੀਂ, ਕੋਈ ਹਾਲ ਨਹੀਂ, ਕੋਈ ਹੀਲਾ ਨਹੀਂ। ਮਤਲਬ 20-20 ਘੰਟੇ ਦੇ ਵਿੱਚ ਆਵਾਮ ਜਿਹੜੀ ਉਹ ਤੱਤੇ ਤਵੇ ਤੇ ਆ। ਉਹ ਬੰਦਾ ਆਇਆ, ਉਹਨੇ ਬਿਜਲੀ ਬਣਾ ਦਿੱਤੀ, ਗੈਸ ਦੇ ਟਰਮੀਨਲ ਲਾ ਦਿੱਤੇ, ਮੋਟਰਵੇਵਾਂ ਬਣਾ ਦਿੱਤੀਆਂ ਸ਼ਾਰਟ 'ਚ ਵਕਤ। 4 ਸਾਲ ਦਾ ਕੋਈ ਅਰਸਾ ਕੀ ਹੁੰਦਾ? 3.5 ਸਾਲ ਮੀਆਂ ਸਾਹਿਬ ਬਾਅਦ 1.5 ਸਾਲ ਤੁਹਾਡੇ ਪੂਰੇ ਮੁਲਕ ਦੇ ਵਿੱਚ ਉਹਨੇ ਸਟਰਕਚਰ ਜਿਹੜਾ ਉਹ ਬਣਾ ਦਿੱਤਾ। ਬਿਜਲੀ ਘਰ ਪਾਕਿਸਤਾਨ ਬਣਨ ਤੋਂ ਬਾਅਦ ਜੀ ਪਹਿਲੀ ਦਫਾ ਕਿਸੇ ਨੇ ਬਿਜਲੀ ਘਰ ਬਣਾਇਆ ਤੇ ਉਹ ਨਵਾਜ਼ ਸ਼ਰੀਫ ਹੈ। 11,000 ਮੈਗਾਵਾਟ, ਅੱਗੋਂ ਦਾ 20,000 ਮੈਗਾਵਾਟ ਦਾ ਅਗਲਾ ਪ੍ਰੋਜੈਕਟ ਸੀ ਸੀਪੈਕ ਦੇ ਵਿੱਚ, ਜਿਹੜਾ ਖਾ ਲਿਆ ਗਿਆ। ਅੱਜ ਅਗਰ ਨਵਾਜ਼ ਸ਼ਰੀਫ ਹੁੰਦਾ ਤੇ ਉਹ 20,000 ਮੈਗਾਵਾਟ ਵੀ ਬਣ ਚੁੱਕੀ ਹੁੰਦੀ ਔਰ ਆਵਾਮ ਨੂੰ ਕੌਡੀਆਂ ਦੇ ਭਾਅ ਤੇ ਸੰਧੇਲਾ ਸਾਹਿਬ ਇਹ ਬਿਜਲੀ ਮਿਲ ਰਹੀ ਹੁੰਦੀ। ਔਰ ਉਸ ਤੋਂ ਬਾਅਦ ਇਸ ਮੁਲਕ ਦੇ ਉੱਤੇ ਇੱਕ ਨਸ਼ਈ ਨੂੰ ਸਵਾਰ ਕੀਤਾ, ਉਹਨੇ ਫੜ ਕੇ ਲੰਗਾਰੇ ਲਾ ਛੜੇ ਸਾਡੀ ਬਿਜਲੀ ਦੇ ਵੀ ਤੇ ਬਿਜਲੀ ਘਰਾਂ ਦੇ ਵੀ। ਨਾ ਉਹਨੇ ਬਿੱਲ ਦਿੱਤਾ ਕਿਸੇ ਦਾ ਤੇ ਨਾ ਉਹਨੇ ਕਿਸੇ ਨੂੰ ਬਿੱਲ ਦੇਣ ਦਿੱਤਾ। ਹੁਣ ਆ ਜਾਂਦੇ ਮੀਆਂ ਸਾਹਿਬ ਦੇ ਇਸਤਕਬਾਲ ਤੇ। ਬਿਲਕੁਲ ਮੀਆਂ ਸਾਹਿਬ ਦਾ ਇਸਤਕਬਾਲ ਜਿਹੜਾ ਇਹ ਬਹੁਤ ਹੀ ਸਾਡੀ ਤਵੱਕੁਆਤ ਤੋਂ ਵੀ ਵੱਡਾ ਹੋਏਗਾ ਇਨਸ਼ਾ-ਅੱਲਾਹ ਤਾਲਾ। ਔਰ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਲੋਕ ਨੇ ਉਹ ਤੇ ਆਪਣੇ ਮਹਿਬੂਬ ਲੀਡਰ ਦੇ ਨਾਲ ਬੇਇੰਤਹਾ ਮੁਹੱਬਤ ਕਰਦੇ ਨੇ। ਔਰ ਉਸ ਤੋਂ ਬਾਅਦ ਪਖਤੂਨਖਵਾ ਦੇ ਲੋਕ, ਸਿੰਧ ਦੇ, ਬਲੋਚਿਸਤਾਨ ਦੇ। ਮੀਆਂ ਨਵਾਜ਼ ਸ਼ਰੀਫ ਚਿਹਰਾ ਹੀ ਐਸਾ ਹੈ, ਲੀਡਰ ਹੀ ਐਸਾ ਹੈ ਕਿ ਉਹਦੇ ਨਾਲ ਇਹ ਲੋਕਾਂ ਨੂੰ ਉਂਝ ਹੀ ਉਲਫਤ ਜਿਹੜੀ ਹੈ ਉਹ ਹੋ ਜਾਂਦੀ ਹੈ। ਔਰ ਜੋ ਵਾਅਦਾ ਮੀਆਂ ਨਵਾਜ਼ ਸ਼ਰੀਫ ਨੇ ਜਦੋਂ ਵੀ ਕੀਤਾ ਉਹਨੇ ਪੂਰਾ ਕੀਤਾ। ਇਹ ਤਾਰੀਖ ਗਵਾਹ ਹੈ, ਜਦੋਂ ਵੀ ਉਹਨੇ ਕੋਈ ਵਾਅਦਾ ਕੀਤਾ ਮੀਆਂ ਨਵਾਜ਼ ਸ਼ਰੀਫ ਨੇ ਆਪਣੀ ਆਵਾਮ ਦੇ ਨਾਲ ਉਹ ਪੂਰਾ ਕੀਤਾ। ਠੀਕ ਹੋ ਗਿਆ। ਤੇ ਇਸ ਵਾਸਤੇ ਅੱਜ ਕੱਲ ਹਰ ਪਾਸੇ ਮਰੀਮ ਨਵਾਜ਼ ਸਾਹਿਬਾ ਮਾਸ਼ਾਅੱਲਾ ਜਦੋਂ ਦਾ ਉਹਨਾਂ ਚਾਰਜ ਸੰਭਾਲਿਆ, ਉਹ ਉਹਨਾਂ ਨੇ ਪਾਰਟੀ ਦੇ ਵਿੱਚ ਇੱਕ ਜਦੀਦ ਤਰੀਕੇ ਦੇ ਨਾਲ ਜਿਹੜਾ ਇੱਕ ਰੰਗ ਭਰਿਆ ਔਰ ਇੱਕ ਇਸ ਤਰਜ਼ ਦੀ ਪਾਰਟੀ ਜਿਹੜੀ ਹੈ ਉਹ ਕਾਇਮ ਕਰ ਦਿੱਤੀ ਹੈ। ਪਤਾ ਲੱਗਦਾ ਕਿ ਇੱਕ ਕੋਈ ਲੀਡਰ ਜਿਹੜਾ ਉਹਦੇ 'ਚ ਵਿਜ਼ਨ ਹੈ ਔਰ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਹੁਣ ਪੁਰਾਣੇ ਦੌਰ ਗੁਜ਼ਰ ਗਿਆ, ਹੁਣ ਨਵੇਂ ਦੌਰ ਦੇ ਨਾਲ ਪਾਰਟੀ ਜਿਹੜੀ ਹੈ ਉਹ ਚੱਲਣੀ ਹੈ। ਜਿਸ ਤਰ੍ਹਾਂ ਵੈਸਟਰਨ ਜਮਹੂਰੀਅਤ ਦੇ ਵਿੱਚ ਪਾਰਟੀਆਂ ਚੱਲਦੀਆਂ ਨੇ, ਜਿਸ ਤਰ੍ਹਾਂ ਤੁਹਾਡੇ ਮੁਲਕ 'ਚ, ਸਾਡੇ ਮੁਲਕ 'ਚ ਇੱਕ ਜਦੀਦ ਤਰੀਕੇ ਦੇ ਨਾਲ ਉਹ ਚੀਜ਼ ਜਿਹੜੀ ਹੈ ਉਹ ਅੱਗੇ ਲੈ ਕੇ ਜਾ ਰਹੇ ਨੇ। ਤੇ ਸਾਰੇ ਐਮਪੀਏ, ਸਾਰੇ ਟਿਕਟ ਹੋਲਡਰ, ਹਰ ਪਾਸੇ ਹਰ ਬੰਦਾ ਜਿਹੜਾ ਉਹ ਆਪਣੇ ਕਾਇਦ ਦੀ ਆਪਣਾ ਆਮਦ ਦੇ ਉੱਤੇ ਤਿਆਰੀਆਂ ਕਰ ਰਿਹਾ। ਔਰ ਅੱਲਾ ਦੇ ਫਜ਼ਲ ਕਰਮ ਦੇ ਨਾਲ ਬੜਾ ਕਰਾਊਡ ਹੋਏਗਾ। ਔਰ ਤੁਹਾਨੂੰ ਪਤਾ ਸੰਧੇਲਾ ਸਾਹਿਬ ਜਦੋਂ ਕਰਾਊਡ 2 ਲੱਖ ਤੋਂ ਟੱਪ ਜਾਂਦਾ ਹੈ ਫਿਰ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ 20 ਲੱਖ ਹੈ ਜਾਂ 50 ਲੱਖ ਹੈ। ਉਹ ਇੰਝ ਹੀ ਫਿਰ ਹੁੰਦਾ ਕਿ ਕਰਾਊਡ ਹੀ ਕਰਾਊਡ ਹੈ। ਜਿਵੇਂ ਜਦੋਂ ਮੀਆਂ ਸਾਹਿਬ ਨੇ ਆਣਾ ਸੀ ਪਿਛਲੀ ਦਫਾ ਤੇ ਮਾਲ ਰੋਡ ਤੇ ਦਾਤਾ ਸਾਹਿਬ ਤੋਂ ਲੱਗ ਕੇ ਤੇ ਅਗਾਂ ਤੋੜ ਉਹ ਸ਼ੇਰਪਾਓ ਤੱਕ ਆਵਾਮ ਹੀ ਆਵਾਮ ਸੀ ਤੇ ਉਹ ਕੋਈ ਧੁਰ ਧਾਰ ਹੀ ਨਹੀਂ ਸੀ। ਤੇ ਉਦੋਂ ਤੇ ਚਲੋ ਮੌਸਮ ਵੀ ਬੜਾ ਸਖਤ ਸੀ ਔਰ ਹਾਲਾਤ ਵੀ ਬੜੇ ਸਖਤ ਸੀ, ਤੁਹਾਡੇ ਸਾਹਮਣੇ ਹੀ ਹਨੇਰਾ ਸੀ ਹਰ ਪਾਸੇ। ਲੇਕਿਨ ਹੁਣ ਮੁਲਕ ਨੂੰ ਜ਼ਰੂਰਤ ਵੀ ਹੈ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਔਰ ਆਵਾਮ ਵੀ ਇਹ ਸਮਝਦੀ ਹੈ ਕਿ ਇਸ ਵਕਤ ਜਿਹੜੀ ਸਿਆਸੀ ਕਿਆਦਤ ਹੈ ਪਾਕਿਸਤਾਨ ਦੇ ਵਿੱਚ, ਇਹਨਾਂ ਦੇ ਵਿੱਚੋਂ ਅਗਰ ਕੋਈ ਇਸ ਮੁਲਕ ਨੂੰ ਇਸ ਗੜੇ ਦੇ ਵਿੱਚੋਂ ਕੱਢ ਸਕਦਾ ਹੈ ਤੇ ਉਹ ਮੀਆਂ ਨਵਾਜ਼ ਸ਼ਰੀਫ ਸਾਹਿਬ ਹੀ ਨੇ। ਤੇ ਇਨਸ਼ਾ-ਅੱਲਾਹ ਤਾਲਾ ਵੱਡਾ ਇਸਤਕਬਾਲ ਹੋਏਗਾ ਔਰ ਪੂਰਾ ਜਿਹੜਾ ਨਾ ਇਹ ਇਨਸ਼ਾ-ਅੱਲਾਹ ਤਾਲਾ ਇੱਕ ਮੇਲੇ ਦਾ ਸਮਾਂ ਹੋਏਗਾ। ਇਹ ਕੋਈ ਛੋਟੀ ਗੱਲ ਹੈ ਕਿ ਮੀਆਂ ਨਵਾਜ਼ ਸ਼ਰੀਫ ਆ ਰਿਹਾ ਪਾਕਿਸਤਾਨ ਦੇ ਵਿੱਚ।
ਇਹ ਬਹੁਤ ਵੱਡੀ ਗੱਲ ਹੈ ਔਰ ਇਹ ਪਾਕਿਸਤਾਨ ਦੀ ਖੁਸ਼ਕਿਸਮਤੀ ਹੈ ਆਵਾਮ ਦੀ ਕਿ ਮੀਆਂ ਸਾਹਿਬ ਦੁਬਾਰਾ ਆਉਣ ਔਰ ਇਸ ਮੁਲਕ ਨੂੰ ਇਸ ਗੜੇ ਚੋਂ ਕੱਢਣ ਔਰ ਸਿਆਸੀ ਅਫਾਮੋ ਤਫਹੀਮ ਦੇ ਨਾਲ ਆਪਣੀਆਂ PDM ਦੀਆਂ ਪਾਰਟੀਆਂ ਦੇ ਨਾਲ ਮੌਲਾਨਾ ਸਾਹਿਬ ਦੇ ਨਾਲ ਮਿਲ ਕੇ ਕਿਉਂਕਿ ਇਹ ਮੁਲਕ ਨੂੰ ਬੜੇ ਜ਼ਖਮ ਲੱਗ ਚੁੱਕੇ ਨੇ ਪਿਛਲੇ 5 ਸਾਲ ਵਿੱਚ ਸੰਧੇਲਾ ਸਾਹਿਬ ਔਰ ਤੁਸੀਂ ਵੇਖ ਲਓ ਕਿ ਜਾਂ ਹੀ ਗੱਲ ਹੁੰਦੀ ਹੈ ਕੋਈ ਕਿ ਅਫਗਾਨੀਆਂ ਨੂੰ ਬਾਹਰ ਕੱਢੋ ਤੇ ਧਮਾਕੇ ਸ਼ੁਰੂ ਹੋ ਜਾਂਦੇ ਨੇ ਔਰ ਸਾਡੇ ਉੱਤੇ ਕੀ ਮੁਸਲਤ ਕੀਤਾ ਗਿਆ ਔਰ ਕਿੰਨੇ ਗਹਿਰੇ ਜ਼ਖਮ ਲਾਏ ਗਏ ਔਰ ਇਹ ਸਾਰੇ ਜ਼ਖਮ ਜਿਹੜੇ ਨੇ ਇਹਨਾਂ ਤੇ ਮਰਮ ਪੱਟੀ ਇਹ ਮੀਆਂ ਨਵਾਜ਼ ਸ਼ਰੀਫ ਔਰ ਜਿਹੜੀ ਇਸ ਵਕਤ ਦੀ ਐਸਟੈਬਲਿਸ਼ਮੈਂਟ ਹੈ ਔਰ ਜਿਹੜੇ ਮੁਦੱਬਰ ਸਿਆਸਤਦਾਨ ਹੈ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਜ਼ਰਦਾਰੀ ਸਾਹਿਬ ਇਹੋ ਹੀ ਸਾਰੇ ਲੋਕ ਬਹਿ ਕੇ ਤੇ ਇਸ ਮੁਲਕ ਨੂੰ ਕੱਢ ਸਕਦੇ ਨੇ ਔਰ ਸਾਡੀਆਂ ਦੁਆਵਾਂ ਮੀਆਂ ਦੇ ਨਾਲ ਨੇ ਤੇ ਮੀਆਂ ਜਦੋਂ ਆਏਗਾ ਤੇ ਲੱਗ ਪਤਾ ਜਾਏਗਾ ਮੀਆਂ ਜਦੋਂ ਆਏਗਾ ਤਾਂ ਲੱਗ ਪਤਾ ਜਾਏਗਾ। ਸਰ ਇਮਰਾਨ ਰਿਆਜ਼ ਖਾਨ ਸਾਹਿਬ ਆ ਗਏ ਨੇ ਸਰ, ਤੁਸੀਂ ਉਹਨਾਂ ਦੀ ਤਸਵੀਰ ਵੇਖੋ ਤੇ ਵੇਖ ਕੇ ਡਰ ਲੱਗਦਾ ਹੈ। ਕੌਣ ਜ਼ਿੰਮੇਦਾਰ ਹੈ? ਇਮਰਾਨ ਰਿਆਜ਼ ਖੁਦ PTI ਕੌਣ ਇਹਦੇ ਮਤਲਬ ਕਿ ਇਹ ਸਾਰਾ ਕੁਝ ਕਰਵਾਉਣ ਵਾਲਾ ਕਿਹਦੀ ਪਾਰੋਂ ਇਹ ਸਾਰਾ ਕੁਝ ਹੋਇਆ ਸਰ? ਸਰ ਇਮਰਾਨ ਰਿਆਜ਼ ਖਾਨ ਸਾਹਿਬ ਜਿਹੜੇ ਨੇ ਉਹ ਮੈਨੂੰ ਤੇ ਉਹਦੇ ਨਾਲ ਇੱਕ ਜ਼ਰਾ ਬਰਾਬਰ ਵੀ ਹਮਦਰਦੀ ਨਹੀਂ। अल्लाह ताला जान अगला जहान आसान फरमाए मुशाहिदुल्लाह खान साहब दा साहबजादा। सर मजा आया उस दिन, चस्का आया। जवेद चौधरी साहब कहते ने कि बकायदा ब्लैक कोई कराटे शाटे दा मास्टर उन्हें लम्मा पा के ते इन्ने को घसुन मारे ने कि थल्ले वकील वाला दा काम हो गया सी ना छुड़ांदे। ठीक कीता है, इहो ही इलाज है यूथियां दे वकीलां दा ते यूथियां दा सर। जी बिल्कुल जी। डॉक्टर अफनानुल्लाह साहब जिहड़े ने वो साडे उस्ताद मोहतरम दे ओ बेटे ने और असी मुशाहिदुल्लाह खान साहब मरहूम अल्लाह ताला उन्होंने जन्नतुल फिरदौस विच आला मुकाम दे। असी उन्होंने दे शागिर्द हां ते बड़ा कुछ असी सिक्ख्या मुशाहिदुल्लाह साहब कोलों। एक बड़े नेक आदमी और बड़े परफेक्ट आदमी, हमेशा अपनी जिंदगी दे विच उन्हें स्ट्रगल कीती है और बड़े बड़े सियासी कारकुन सी और मियां नवाज शरीफ साहब दे बड़े बड़े साथी सी। ये डॉक्टर साहब ने हुण ओ जिहड़ा वकील है वो नशई है। अच्छा जी। ਉਹ ਹਾਂਜੀ ਉਹ ਜਦੋਂ ਸਿਵਲ ਜੱਜ ਸੀ ਤੇ ਉਹਨੂੰ ਕੱਢਿਆ ਗਿਆ ਰਿਸ਼ਵਤ ਵਿੱਚ। ਉਸ ਤੋਂ ਬਾਅਦ ਇਹ ਮੁਨਸ਼ਿਆਤ ਦਾ ਕੰਮ ਇਹਨੇ ਸ਼ੁਰੂ ਕਰ ਦਿੱਤਾ ਔਰ ਜਿਸ ਵਕਤ ਉਹ ਸਟੂਡੀਓ ਦੇ ਵਿੱਚ ਬੈਠਾ ਸੀ ਉਦੋਂ ਵੀ ਉਹਨੇ ਚਿੱਟਾ ਚਾੜਿਆ ਸੀ। ਔਰ ਅਗਰ ਸਾਡੀ ਖਬਰ ਝੋਲ ਹੋਵੇ ਤੇ ਅਸੀਂ ਹਰ ਸਜ਼ਾ ਭੁਗਤਣ ਨੂੰ ਤਿਆਰ ਹਾਂ। ਇਹ ਵੀ ਮੈਂ ਨਾਲ ਗਰੰਟੀ ਜਿਹੜੀ ਹੈ ਨਾ ਗਰੰਟੀਸ਼ੁਦਾ ਵੀ ਕਰ ਦਿਆਂ। ਉਹਨੇ ਨਸ਼ਾ ਕੀਤਾ ਸੀ ਤੇ ਉਹਨੂੰ ਕੀ ਪਤਾ ਸੀ ਕਿ ਇਹ ਜਿਹੜਾ ਸਿੱਧਾ ਸਾਦਾ 6.5-7 ਫੁੱਟ ਦਾ ਮੁੰਡਾ ਹੈ ਇਹ ਕਰਾਟੇ ਦਾ ਬਲੈਕ ਬੈਲਟ ਹੈ। ਉਹਨੇ ਤੇ ਸਮਝਿਆ ਸੀ ਬਈ ਇਹ ਜ਼ਮਾਨ ਪਾਰਕ ਵਿੱਚ ਮੈਂ ਬੈਠਾ ਤੇ ਜੋ ਜ਼ਮਾਨ ਪਾਰਕ ਵਿੱਚ ਰੋਜ਼ ਹੁੰਦੀ ਹੈ ਠੋਕਾ ਠਕਾਈ ਤੇ ਮੈਂ ਵੀ ਇੱਥੇ ਕੋਈ ਹਿਸਾਬ ਕਿਤਾਬ ਲਾ ਲਈ ਨਾ, ਕਿਉਂਕਿ ਉੱਥੇ ਤੇ ਨਸ਼ਾ ਤੇ ਡੰਡੇ ਹੱਥ 'ਚ ਫੜ ਕੇ ਤੇ ਸਾਰਾ ਹਿਸਾਬ ਕਿਤਾਬ ਛਿੰਗਾ ਲਾ ਲਾਹੂ ਉੱਥੇ ਹਰ ਰੋਜ਼ ਹੁੰਦਾ ਸੀ ਨਾ। ਇਹਨੇ ਸਮਝਿਆ ਬਈ ਜਵੇਦ ਚੌਧਰੀ ਦਾ ਸਟੂਡੀਓ ਹੈ ਤੇ ਮੈਂ ਵੀ ਇੱਥੇ ਕੁਝ ਕਰ ਲੈਣਾ। ਉਹਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਬੰਦਾ ਖਾਮੋਸ਼ ਬੈਠਾ ਹੈ ਇਹ ਬਲੈਕ ਬੈਲਟ ਹੈ ਕਰਾਟੇ ਦਾ। ਇਹਨੇ ਉਹ ਨਸ਼ਾ ਕੀਤਾ ਸੀ, ਹਵਾ ਦੇ ਘੋੜੇ 'ਚ ਸੀ, ਇਹਨੇ ਉਹਨੂੰ ਚੰਡ ਕੱਢ ਮਾਰੀ। ਉਸ ਤੋਂ ਬਾਅਦ ਫਿਰ ਡਾਕਟਰ ਅਫਨਾਨ ਸਾਹਿਬ ਜਿਹੜੇ ਨੇ ਉਹਨੇ ਫਿਰ ਲੰਮਿਆਂ ਪਾ ਲਿਆ। ਉਹਨੇ ਮਾਰ ਮਾਰ ਕੇ ਠੁੱਡੇ 3 ਪਸਲੀਆਂ ਉਹਦੀਆਂ ਟੁੱਟੀਆਂ 3। ਇਸ ਵਕਤ ਦੀ ਜਿਹੜੀ ਸਾਡੇ ਕੋਲ ਮੈਡੀਕਲ ਰਿਪੋਰਟ ਹੈ ਉਹਦੀ 3 ਪਸਲੀਆਂ ਉਸ ਦਗੜ ਨਸ਼ਈ ਵਕੀਲ ਦੀਆਂ ਟੁੱਟੀਆਂ। ਉਸ ਤੋਂ ਬਾਅਦ ਪੈਂਟ ਜਿਹੜੀ ਹੈ ਉਹ ਸਟੂਡੀਓ 'ਚ ਖਿੱਚ ਲਈ ਡਾਕਟਰ ਸਾਹਿਬ ਨੇ, ਪੈਂਟ ਖਿੱਚ ਲਈ, ਪੈਂਟ ਲਾ ਦਿੱਤੀ। ਅਗਲੀ ਗੱਲ ਸੁਣੋ, ਇੱਥੇ ਹੁਣ ਨਵਾਂ ਟਵਿਸਟ ਇਹ ਜਵੇਦ ਚੌਧਰੀ ਇਹ ਕੱਢੇਗਾ, ਇਹ ਮੈਂ ਤੁਹਾਨੂੰ ਦੱਸਾਂ। ਠੀਕ ਹੈ। ਅੰਡਰਵੇਅਰ ਸੀ ਨੀਲੇ ਰੰਗ ਦਾ, ਉਹ ਵੀ ਉਹਨੇ ਖਿੱਚ ਦਿੱਤਾ। ਪਿਸ਼ਾਬ ਛੋਟਾ ਵਿੱਚ ਨਿਕਲ ਗਿਆ। ਇਹ ਸਾਰੀ ਵੀਡੀਓ ਜਵੇਦ ਚੌਧਰੀ ਕੋਲ ਮੌਜੂਦ ਹੈ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਔਰ ਤਾਰੀਖ ਦੇ ਵਿੱਚ ਪਹਿਲੀ ਦਫਾ ਹੋਇਆ ਕਿ ਕੋਈ ਮਹਿਮਾਨ ਜਿਹੜਾ ਕਿਸੇ ਸਟੂਡੀਓ ਦੇ ਵਿੱਚ ਉਹ ਬਗੈਰ ਪੈਂਟ ਤੋਂ, ਕੱਛਾ ਤੇ ਉਹਨੇ ਉਤਾਂ ਕਰ ਲਿਆ, ਬਗੈਰ ਪੈਂਟ ਤੋਂ, ਜੁੱਤੀ ਵੀ ਉੱਥੇ ਛੱਡ ਕੇ ਗਿਆ, ਪੈਂਟ ਵੀ ਛੱਡ ਕੇ ਗਿਆ, ਜਾ ਕੇ ਗੱਡੀ 'ਚ ਬੈਠਾ ਤੇ ਬਾਅਦ ਤੋਂ ਉਹ ਜਿਹੜਾ ਸਟਾਫ ਸੀ ਸਟੂਡੀਓ ਦਾ ਉਹ ਪੈਂਟ ਔਰ ਜੁੱਤੀ ਉਹਨੂੰ ਗੱਡੀ ਤੱਕ ਪਹੁੰਚਾ ਕੇ ਦੇ ਕੇ ਆਏ ਨੇ। 3 ਪਸਲੀਆਂ ਉਹਦੀਆਂ ਟੁੱਟੀਆਂ ਨੇ, ਬਾਜ਼ੂ ਉਹਦਾ ਫ੍ਰੈਕਚਰ ਹੋਇਆ ਔਰ ਬਾਕੀ ਜਿਹੜੀਆਂ ਉਹਨੂੰ ਸੱਟਾਂ ਗੁੱਝੀਆਂ ਲੱਗੀਆਂ ਨੇ ਉਹਦਾ ਹਿਸਾਬ ਕਿਤਾਬ ਵੀ ਕੋਈ ਨਹੀਂ। ਤੇ ਮੈਂ ਡਾਕਟਰ ਅਫਨਾਨ ਸਾਹਿਬ ਨੂੰ ਸਲਾਮ ਪੇਸ਼ ਕਰਨਾ, ਕਰਾਟੇ ਬਲੈਕ ਬੈਲਟ ਤੇ ਜਿੰਨੇ ਵੀ ਸਾਡੇ ਦੋਸਤ ਜਾਂਦੇ ਨੇ ਪ੍ਰੋਗਰਾਮਾਂ ਦੇ ਵਿੱਚ अपना हिसाब किताब नाल जाया करो, क्योंकि ये गंदी नस्ल है और एक गंदी नस्ल जिहड़ी है ये सोशल मीडिया ते व्यूज़ लैण वास्ते या वाह वाह करन वास्ते ये कोई भी हरकत तुहाडे नाल फरमा सकते ने, क्योंकि इन्हां दा पाकिस्तान नाल कोई लैना देना नहीं। फिर सोने ते सुहागा है भी ओहदी पार्टी ने उहनूं कढ छड़िया,
ਜੀ ਸਾਰੇ ਹਿਸਾਬ ਕਿਤਾਬ ਵਿੱਚੋਂ ਕੱਢ ਛੜਿਆ, ਠੀਕ ਹੋ ਗਿਆ ਨਾ। ਮਤਲਬ ਆਪਸ ਦੇ ਵਿੱਚ ਲੜੇ ਨਾ ਵਕੀਲ, ਜੀ ਟਵਿੱਟਰ ਦੀਆਂ ਸਪੇਸਾਂ ਤੋਂ ਪੈਸੇ ਮੰਗਦੇ ਨੇ। ਇਹ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਬਈ ਵਕੀਲ ਜੇ ਨਿਆਜ਼ੀ ਦੇ ਜਿਹੜੇ ਮੰਗਦੇ ਫਿਰਦੇ ਨੇ। ਤੇ ਇਹ ਹੁਣ ਉਹ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਮੁਕੱਦਮਾ ਵੀ ਦਰਜ ਕਰਾ ਦਿੱਤਾ, ਤੇ ਹੁਣ ਉਹ ਕਹਿੰਦਾ ਫਿਰਦਾ ਬਈ ਮਾਰਿਆ ਵੀ ਤੁਸੀਂ ਤੇ ਮੁਕੱਦਮਾ ਵੀ ਤੁਸੀਂ ਪੈ ਕਰਾਉਂਦੇ ਹੋ, ਇਹ ਕੀ ਸਾਇੰਸ ਹੈ? ਠੀਕ ਹੈ ਨਾ ਜੀ। ਤੇ ਉਹ ਹੁਣ ਇਸ ਅੰਦਰ ਵੀ ਜਾਣਾ, ਪਸਲੀਆਂ ਵੀ ਟੁੱਟ ਗਈਆਂ ਸੂ। ਔਰ ਜਦੋਂ ਇਹਦਾ ਬਲੱਡ ਟੈਸਟ ਲਿਆ ਹਸਪਤਾਲ ਦੇ ਵਿੱਚ ਤੇ ਵਿੱਚੋਂ ਚਿੱਟਾ ਨਿਕਲਿਆ। ਇਹ ਵੀ ਰਿਪੋਰਟ ਹੈ, ਇਹ ਰਿਪੋਰਟ ਹੁਣ ਲੱਗਣੀ ਉਹਦੇ ਵਿੱਚ, ਜਿਹੜੀ FIR ਨਹੀਂ ਦਰਜ ਹੋਈ ਉਹਦੇ ਵਿੱਚ ਇਹ ਰਿਪੋਰਟ ਵੀ ਲੱਗਣੀ ਹੈ ਬਈ ਇਹ ਨਸ਼ੇ 'ਚ ਸੀ ਸਾੜਾ। ਠੀਕ ਹੋ ਗਿਆ ਨਾ। ਤੇ ਡਾਕਟਰ ਆਪਣਾ ਅਫਨਾਨ ਸਾਹਿਬ ਅਖੀਰ ਕੀਤੀ ਜਮਾਨਾ ਕਿ ਇੰਜ ਹੀ ਬਸ ਖਿੱਚ ਕੇ ਰੱਖੋ। ਚਸਤ ਆ ਗਈ ਇਹਦੇ 'ਚ ਕੋਈ ਸ਼ੱਕ ਨਹੀਂ। ਮਿੱਟਾ ਸਾਹਿਬ ਟਾਈਮ ਕਾਫੀ ਹੋ ਗਿਆ, ਲੇਕਿਨ ਦੋ ਸਵਾਲ ਵਾਲੀ ਹੈਰੇ ਮੇਰੇ 2-2.5 ਸਵਾਲ ਢਾਈ ਤਾਂ ਕਹਿ ਰਹੇ ਕਿ ਇੱਕ ਅੱਧਾ ਵਿੱਚ ਹੋਰ ਭੜਕਾ ਲਾਂਗੇ। ਅੱਛਾ, ਇਹ ਜਿਹੜੀ ਖੋਸਾ ਸਾਹਿਬ ਇਤਜ਼ਾਜ਼ ਸਾਹਿਬ ਜਦੋਂ ਦਾ ਬੰਦਿਆਲ ਗਿਆ ਚੁੱਪ ਕਰ ਗਏ ਨੇ, ਔਰ ਦੂਸਰਾ ਬੰਦਿਆਲ ਸਾਹਿਬ ਦੀ ਫੈਮਿਲੀ ਤੇ 9 ਮਈ 'ਚ ਸ਼ਾਮਲ ਹੈ ਔਰ ਉਹਦੇ ਕੋਈ ਸਬੂਤ ਵੀ ਹਨ। ਤੁਹਾਨੂੰ ਲੱਗਦਾ ਹੈ ਬੰਦਿਆਲ ਦੇ ਜਾਣ ਤੋਂ ਬਾਅਦ ਕੰਮ ਨੂੰ ਖਿੱਚਿਆ ਜਾਏਗਾ ਬੰਦਿਆਲ ਫੈਮਿਲੀ? ਜੀ ਜੀ ਬਿਲਕੁਲ। ਦੇਖੋ ਬੰਦਿਆਲ ਹੋ ਗਿਆ ਤੇ ਨਾਲ ਇਹ ਜਿਹੜੇ ਦੋ ਵਕੀਲ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ, ਇੱਕ 2.5 ਫੁੱਟੀਆ ਤੇ ਇੱਕ ਇਸਰਾਈਲੀ ਬੁੱਢਾ, ਇਹ ਉਦੋਂ ਦੇ ਤੁਹਾਨੂੰ ਪਤਾ ਹੈ ਕਿ ਇਹ ਥੋੜੇ ਥੱਲੇ ਜਾਂਦੇ ਨੇ ਪੈ ਜੀ। ਇਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦੀ ਭੂ ਚੜੀ ਸੀ, ਔਰ ਪਿਛਲੀ ਉਮਰੇ ਤੁਹਾਨੂੰ ਪਤਾ ਹੈ ਕਿ ਡਾਲਰ ਦੇ ਵਿੱਚ ਬੜੀ ਤਾਕਤ ਹੈ, ਔਰ ਜਿੰਨਾ ਕੋਈ ਪੈਸਾ ਬਾਹਰੋਂ ਜਾਂਦਾ ਹੈ ਇਸ ਜਮਾਤ ਵਾਸਤੇ ਜਾਂ ਹਿਸਾਬ ਕਿਤਾਬ, ਤੇ ਇੱਕ ਹਿਸਾਬ ਦੇ ਨਾਲ ਤੇ ਇਹ ਜਿਹੜੇ 2.5 ਫੁੱਟੀਆ ਔਰ ਇਹ ਜਿਹੜਾ ਦੂਸਰਾ ਬੁੱਢਾ, ਉਹਨਾਂ ਦੀ ਲਾਟਰੀ ਹੈ ਨਾ ਪਿਛਲੀ ਉਮਰ ਹੈ। ਦੇਖੋ ਨਾ, ਮਤਲਬ ਕਿ ਲਾਟਰੀ ਇਨ ਸੈਂਸ ਕਿ ਮਾਈਆਂ ਡਾਲਰ ਇਹ ਸਾਰਾ ਹਿਸਾਬ ਕਿਤਾਬ, ਮਤਲਬ ਇਹ ਤੇ ਐਕਸਪਾਇਰ ਹੋ ਚੁੱਕੇ ਸੀ ਨਾ ਇੱਕ ਹਿਸਾਬ ਦੇ, ਇਹਨਾਂ ਦਾ ਤਾਂ ਖਾਤੇ ਖਤਮ ਹੋ